ਸਤਿ ਸ਼੍ਰੀ ਅਕਾਲ ਪਿਆਰੇ 7ਵੀਂ ਜਮਾਤ ਦੇ ਵਿਦਿਆਰਥੀਓ। ਇਹ ਹੈ ਪਾਠ 14 ਚਲਾਕ ਗੁਆਂਢੀ। ਗੁਆਂਢੀ ਦਾ ਅਰਥ ਹੁੰਦਾ ਬੱਚਿਓ ਪੜੋਸੀ। ਇਸ ਕਹਾਣੀ ਵਿੱਚ ਗੁਆਂਢੀਆਂ ਤੋਂ ਦੁਖੀ ਇੱਕ ਸੇਠ ਦੀ ਪਰੇਸ਼ਾਨੀ ਦਾ ਵਰਣਨ ਕੀਤਾ ਗਿਆ ਹੈ। ਇਹ ਕਹਾਣੀ ਹਾਸਾ ਵੀ ਪੈਦਾ ਕਰਦੀ ਹੈ। ਇੱਕ ਗੁਆਂਢੀ ਕਿੱਦਾਂ ਦਾ ਹੋਣਾ ਚਾਹੀਦਾ ਹੈ ਉਸ 'ਤੇ ਵੀ ਚਾਨਣਾ ਪਾਉਂਦੀ ਹੈ। ਜਿਸ ਦਿਨ ਤੋਂ ਸੇਠ ਨੇ ਨਵੇਂ ਸ਼ਹਿਰ ਵਿੱਚ ਮਕਾਨ ਖਰੀਦਿਆ ਸੀ ਉਹ ਬਹੁਤ ਪਰੇਸ਼ਾਨ ਸੀ। ਇਸ ਪਰੇਸ਼ਾਨੀ ਦਾ ਕਾਰਨ ਸਨ ਉਸਦੇ ਦੋ ਗੁਆਂਢੀ ਯਾਨੀ ਉਸਦੇ ਦੋ ਪੜੋਸੀ। ਇੱਕ ਗੁਆਂਢੀ ਤਰਖਾਣ ਸੀ। ਤਰਖਾਣ ਦਾ ਅਰਥ ਹੈ ਦਰਵਾਜ਼ੇ, ਤਾਕੀਆਂ, ਮੇਜ਼, ਕੁਰਸੀਆਂ ਦੇ ਨਾਲ ਨਾਲ ਘਰੇਲੂ ਵਰਤੋਂ ਵਾਲਾ ਲੱਕੜੀ ਦਾ ਸਮਾਨ ਤੇ ਬੱਚਿਆਂ ਦੇ ਖਿਡੌਣੇ ਬਣਾਇਆ ਕਰਦਾ ਸੀ। ਦੂਜਾ ਲੁਹਾਰ ਸੀ। ਲੁਹਾਰ ਯਾਨੀ ਲੋਹੇ ਦਾ ਕੰਮ ਕਰਨ ਵਾਲਾ। ਉਹ ਕਿਸਾਨਾਂ ਲਈ ਰੰਬੇ, ਦਾਤੀਆਂ, ਹਲ ਤੇ ਕੁਹਾੜੀਆਂ ਬਣਾਇਆ ਕਰਦਾ ਸੀ। ਦੋਵੇਂ ਗੁਆਂਢੀ ਤਕੜੇ ਕਾਮੇ ਤੇ ਮਿਹਨਤੀ ਸਨ। ਤਕੜੇ ਕਾਮੀ ਦਾ ਅਰਥ ਹੈ ਕਿ ਬਹੁਤ ਮਿਹਨਤ ਕਰਨ ਵਾਲੇ ਯਾਨੀ ਕੰਮ ਕਰਨ ਵਾਲੇ ਸੀਗੇ। ਉਹ ਦਿਨ ਭਰ ਕੰਮ ਕਰਦੇ, ਕੁਝ ਘੰਟੇ ਸੌਂਦੇ ਤੇ ਫਿਰ ਸਾਰੀ ਰਾਤ ਕੰਮ ਕਰਦੇ। ਸੇਠ ਸਾਰਾ ਦਿਨ ਆਪਣੀ ਦੁਕਾਨ ਉੱਤੇ ਕੰਮ ਕਰਦਾ। ਰਾਤ ਨੂੰ ਗੁਆਂਢੀਆਂ ਦੀ ਠਕ-ਠਕ ਕਾਰਨ ਉਸਨੂੰ ਨੀਂਦ ਨਾ ਆਉਂਦੀ, ਕਿਉਂਕਿ ਜਦੋਂ ਪੜੋਸੀਆਂ ਦੀ ਆਵਾਜ਼ ਆਉਂਦੀ ਹੈ ਤਾਂ ਉਸ ਕਰਕੇ ਸੇਠ ਨੂੰ ਨੀਂਦ ਨਾ ਆਉਂਦੀ। ਉਹ ਸਾਰੀ ਰਾਤ ਜਾਗਦਾ ਰਹਿੰਦਾ ਤੇ ਖਿਝਦਾ ਰਹਿੰਦਾ। ਆਖਰ ਉਸਨੂੰ ਇੱਕ ਜੁਗਤ ਸੂਝੀ ਯਾਨੀ ਯੋਜਨਾ ਸੂਝੀ। ਉਸਨੇ ਦੋਹਾਂ ਗੁਆਂਢੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਆਪਣੇ ਘਰ ਸੱਦਿਆ ਯਾਨੀ ਬੁਲਾਇਆ। ਉਹ ਬੜੀ ਨਿਮਰਤਾ ਨਾਲ ਬੋਲਿਆ, ਮੈਂ ਤੁਹਾਡੇ ਗੁਆਂਢ ਨਵਾਂ ਆਇਆ ਹਾਂ। ਮੈਂ ਨਵਾਂ ਘਰ ਖਰੀਦਿਆ ਹੈ। ਮੈਂ ਆਪਣੀਆਂ ਖੁਸ਼ੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਕਿੰਨਾ ਚੰਗਾ ਹੋਵੇ ਤੁਸੀਂ ਅੱਜ ਰਾਤ ਦਾ ਖਾਣਾ ਮੇਰੇ ਘਰ ਖਾਓ। ਦੋਹਾਂ ਗੁਆਂਢੀਆਂ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਿਆ ਤੇ ਹਾਂ ਕਰ ਦਿੱਤੀ। ਸੇਠ ਨੇ ਆਪਣੀ ਘਰਵਾਲੀ ਨੂੰ ਆਖਿਆ ਕਿ ਉਹ ਮਹਿਮਾਨਾਂ ਲਈ ਵਧੀਆ ਤੇ ਸੁਆਦਲਾ ਭੋਜਨ ਤਿਆਰ ਕਰੇ। ਸੇਠ ਦੀ ਘਰਵਾਲੀ ਰਸੋਈ ਦੇ ਕੰਮ ਕਾਜ ਵਿੱਚ ਬੜੀ ਮਾਹਿਰ ਸੀ ਯਾਨੀ ਉਹ ਬਹੁਤ ਹੀ ਸੁਆਦੀ ਖਾਣਾ ਬਣਾਉਂਦੀ ਸੀ। ਉਸਨੇ ਆਪਣੇ ਪਤੀ ਦਾ ਆਗਿਆ ਦਾ ਪਾਲਣ ਕਰਦੇ ਹੋਏ ਉਹਨਾਂ ਵਾਸਤੇ ਵਧੀਆ ਖਾਣੇ ਤਿਆਰ ਕੀਤੇ। ਦੋਵੇਂ ਗੁਆਂਢੀ ਸੇਠ ਦੇ ਦੱਸੇ ਸਮੇਂ ਅਨੁਸਾਰ ਪਰਿਵਾਰ ਸਮੇਤ ਉਸਦੇ ਘਰ ਪਹੁੰਚ ਗਏ। ਸੇਠ ਨੇ ਸਤਿਕਾਰ ਸਹਿਤ ਸਾਰਿਆਂ ਨੂੰ ਮਹਿਮਾਨਾਂ ਵਾਲੇ ਕਮਰੇ ਵਿੱਚ ਬਿਠਾਇਆ। ਖਾਣਾ ਪਰੋਸਿਆ ਗਿਆ। ਦੋਹਾਂ ਪਰਿਵਾਰਾਂ ਨੇ ਪੇਟ ਭਰ ਕੇ ਖਾਣਾ ਖਾਧਾ। ਉਹਨਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਵਧੀਆ ਤੇ ਸੁਆਦਲਾ ਖਾਣਾ ਖਾਧਾ ਸੀ। ਸੇਠ ਹਰ ਹਾਲ ਗੁਆਂਢੀਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਕਿਉਂ ਖੁਸ਼ ਕਰਨਾ ਚਾਹੁੰਦਾ ਸੀ ਬੱਚਿਓ? ਕਿਉਂਕਿ ਉਹ ਚਾਹੁੰਦਾ ਸੀ ਕਿਉਂਕਿ ਜੋ ਸੇਠ ਸੀ ਉਹ ਦੋਵੇਂ ਗੁਆਂਢੀਆਂ ਦੀ ਠਕ ਤੋਂ ਬਹੁਤ ਪਰੇਸ਼ਾਨ ਸੀ। ਉਹ ਸਾਰੀ ਰਾਤ ਦੋਵੇਂ ਗੁਆਂਢੀ ਸੇਠ ਨੂੰ ਬੜਾ ਪਰੇਸ਼ਾਨ ਕਰਦੇ ਸੀ। ਇਸ ਕਰਕੇ ਸੇਠ ਨੇ ਇੱਕ ਯੋਜਨਾ ਬਣਾਈ। ਉਹਨਾਂ ਨੂੰ ਖਾਣੇ 'ਤੇ ਬੁਲਾਇਆ ਤੇ ਹੁਣ ਉਹ ਦੱਸੇਗਾ ਕਿ ਉਸਨੇ ਦੋਵੇਂ ਗੁਆਂਢੀਆਂ ਨੂੰ ਆਪਣੇ ਘਰ ਖਾਣੇ 'ਤੇ ਕਿਉਂ ਬੁਲਾਇਆ। ਸੇਠ ਨੇ ਮਿਸ਼ਰੀ ਤੇ ਸੌਂਫ ਦੀ ਪਲੇਟ ਅੱਗੇ ਕੀਤੀ। ਜਦੋਂ ਖਾਣਾ ਖਾ ਲਿੱਤਾ ਤਾਂ ਉਸਨੇ ਮਿਸ਼ਰੀ ਤੇ ਸੌਂਫ ਦੀ ਪਲੇਟ ਅੱਗੇ ਕੀਤੀ। ਢੁਕਵਾਂ ਸਮਾਂ ਦੇਖ ਕੇ ਸੇਠ ਬੋਲਿਆ, ਮੈਂ ਚਾਹੁੰਦਾ ਹਾਂ ਤੁਸੀਂ ਆਪਣੇ ਮਕਾਨ ਬਦਲ ਲਿਓ। ਦੋਹਾਂ ਗੁਆਂਢੀਆਂ ਨੂੰ ਬੜੀ ਹੈਰਾਨੀ ਹੋਈ। ਉਹ ਘਬਰਾਏ ਨਹੀਂ। ਤੁਸੀਂ ਚਿੰਤਾ ਨਾ ਕਰੋ, ਅਸੀਂ ਕੱਲ੍ਹ ਹੀ ਆਪਣੇ ਮਕਾਨ ਬਦਲ ਲਵਾਂਗੇ। ਗੁਆਂਢੀਆਂ ਦਾ ਉੱਤਰ ਸੁਣ ਕੇ ਸੇਠ ਬਹੁਤ ਖੁਸ਼ ਹੋਇਆ। ਉਸਨੇ ਦੋਹਾਂ ਨੂੰ 5 ਚਾਂਦੀ ਦੇ ਸਿੱਕੇ ਦੇ ਕੇ ਵਿਦਾ ਕਰ ਦਿੱਤਾ। ਸੇਠ ਤੇ ਉਸਦੀ ਘਰਵਾਲੀ ਬਹੁਤ ਖੁਸ਼ ਸਨ। ਸੋਚਿਆ ਚਲੋ ਮੁਸੀਬਤ ਟਲੀ। ਲੈ ਭਗਵਾਨੇ, ਹੁਣ ਸਾਡੀ ਸਾਰੀ ਮੁਸੀਬਤ ਖਤਮ। ਕੱਲ੍ਹ ਇਹ ਆਪਣੇ ਮਕਾਨ ਬਦਲ ਲੈਣਗੇ। ਆਪਾਂ ਆਰਾਮ ਦੀ ਨੀਂਦ ਸੋਵਾਂਗੇ। ਸੇਠ ਪਰੇਸ਼ਾਨ ਸੀਗਾ। ਸੇਠ ਨੂੰ ਹੁਣ ਬੜੀ ਖੁਸ਼ੀ ਹੋ ਰਹੀ ਸੀ ਕਿ ਦੋਵੇਂ ਗੁਆਂਢੀ ਮਕਾਨ ਬਦਲਣ ਨੂੰ ਤਿਆਰ ਹੋ ਗਏ। ਹੁਣ ਮੈਂ ਰਾਤ ਨੂੰ ਆਰਾਮ ਨਾਲ ਸੋ ਸਕਾਂਗਾ। ਦੂਜੀ ਸਵੇਰ ਸੇਠ ਬਹੁਤ ਖੁਸ਼ ਸੀ। ਉਹ ਖੁਸ਼ੀ ਆਪਣੀ ਦੁਕਾਨ ਉੱਤੇ ਗਿਆ। ਸਾਰਾ ਕੰਮ ਕੀਤਾ। ਆਪਣੇ ਘਰ ਵਾਪਸ ਆਇਆ। ਪਤੀ ਪਤਨੀ ਨੇ ਬੈਠ ਕੇ ਬਹੁਤ ਵਧੀਆ ਤਰ੍ਹਾਂ ਖਾਣਾ ਖਾਧਾ। ਫਿਰ ਸੌਣ ਚਲੇ ਗਏ। ਠਕ ਇਹ ਕੀ? ਉਹ ਅਜੇ ਸੁੱਤੇ ਹੀ ਨਹੀਂ ਸੀ ਕਿ ਠਕ ਦੀ ਆਵਾਜ਼ ਦੋਹਾਂ ਨੂੰ ਜਗਾ ਦਿੱਤਾ। ਤਰਖਾਣ ਤੇ ਲੁਹਾਰ ਦੇ ਘਰੋਂ ਠਕ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸੇਠ ਨੂੰ ਗੁੱਸਾ ਚੜ੍ਹਿਆ। ਉਹ ਉੱਚੀ ਬੋਲਦਾ ਘਰੋਂ ਨਿਕਲ ਕੇ ਗਲੀ ਵਿੱਚ ਆ ਗਿਆ। ਤੁਸੀਂ ਝੂਠੇ ਹੋ, ਧੋਖੇਬਾਜ਼ ਹੋ, ਤੁਸੀਂ ਵਾਅਦਾ ਕਰਕੇ ਮੁੱਕਰ ਗਏ। ਦੋਹਾਂ ਗੁਆਂਢੀਆਂ ਨੂੰ ਗਾਲਾਂ ਕੱਢਦਾ ਸੇਠ
ਗਰਜਿਆ ਯਾਨੀ ਗੁੱਸੇ ਵਿੱਚ ਬੋਲਿਆ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਮਕਾਨ ਬਦਲ ਲਿਆਂਗੇ। ਪਰ ਠਕ ਠਕ ਦੀ ਆਵਾਜ਼ ਤਾਂ ਅਜੇ ਵੀ ਆ ਰਹੀ ਸੀ। ਸੇਠ ਜੀ, ਅਸੀਂ ਕੋਈ ਧੋਖਾ ਨਹੀਂ ਕੀਤਾ, ਕੋਈ ਵਾਅਦਾ ਨਹੀਂ ਤੋੜਿਆ। ਤਰਖਾਣ ਬੋਲਿਆ, ਤੁਸੀਂ ਕੱਲ੍ਹ ਮੇਰੇ ਨਾਲ ਮਕਾਨ ਬਦਲਣ ਦਾ ਵਾਅਦਾ ਕੀਤਾ ਸੀ, ਪਰ ਤੁਸੀਂ ਝੂਠੇ ਨਿਕਲੇ। ਸੇਠ ਗੁੱਸੇ 'ਚ ਲਾਲ ਪੀਲਾ ਹੋ ਰਿਹਾ ਸੀ, ਯਾਨੀ ਬਹੁਤ ਗੁੱਸਾ ਹੋ ਰਿਹਾ ਸੀ। ਸੇਠ ਜੀ, ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਅਸੀਂ ਵਾਅਦੇ ਤੋਂ ਨਹੀਂ ਮੁੱਕਰੇ। ਤੁਹਾਡੇ ਕਹੇ ਅਨੁਸਾਰ ਅਸੀਂ ਆਪਣੇ ਮਕਾਨ ਬਦਲੇ। ਇਹ ਮੇਰੇ ਮਕਾਨ ਵਿੱਚ ਆ ਗਿਆ ਅਤੇ ਮੈਂ ਇਸ ਦੇ ਮਕਾਨ ਵਿੱਚ ਚਲਾ ਗਿਆ। ਪਹਿਲੇ ਤੁਹਾਨੂੰ ਦੱਸਿਆ ਗਿਆ ਸੀ ਕਿ ਇਸ ਕਹਾਣੀ ਵਿੱਚ ਹਾਸਾ ਵੀ ਹੈਗਾ। ਉਹਨਾਂ ਨੇ ਕੀ ਕੀਤਾ, ਆਪਣੇ ਦੋਵੇਂ ਦੇ ਮਕਾਨ ਇੱਕ ਦੂਜੇ ਨਾਲ ਬਦਲ ਲਏ। ਮਤਲਬ ਤਰਖਾਣ ਦੇ ਘਰ 'ਤੇ ਲੁਹਾਰ ਆ ਕੇ ਰਹਿਣ ਲੱਗ ਪਿਆ ਅਤੇ ਲੁਹਾਰ ਦੇ ਘਰ 'ਤੇ ਤਰਖਾਣ ਆ ਕੇ ਰਹਿਣ ਲੱਗ ਪਿਆ। ਦੋਹਾਂ ਗੁਆਂਢੀਆਂ ਨੇ ਸਫਾਈ ਪੇਸ਼ ਕੀਤੀ ਅਤੇ ਮੁਸਕਰਾ ਪਏ। ਇੰਨਾ ਸੁਣ ਸੇਠ ਸਿਰ ਫੜ ਕੇ ਬੈਠ ਗਿਆ। ਮੇਰੇ ਮਾਲਕਾ, ਮੈਨੂੰ ਅਜਿਹੇ ਗੁਆਂਢੀਆਂ ਤੋਂ ਬਚਾ। ਚਲੋ ਭਾਈ, ਆਪਣਾ ਕੰਮ ਕਰੀਏ। ਅਜੇ ਬੜੀ ਰਾਤ ਪਈ ਹੈ, ਫਸਲ ਪੱਕ ਗਈ ਹੈ, ਕਿਸਾਨਾਂ ਨੇ ਵਾਢੀ ਕਰਨੀ ਹੈ, ਜ਼ਿਆਦਾ ਦਾਤੀਆਂ ਦੀ ਲੋੜ ਪੈਣੀ ਹੈ। ਗੱਲਾਂ ਵਿੱਚ ਸਮਾਂ ਬਰਬਾਦ ਕਿਉਂ ਕਰੀਏ? ਤਰਖਾਣ ਅਤੇ ਲੁਹਾਰ ਬਦਲੇ ਹੋਏ ਮਕਾਨਾਂ ਵਿੱਚ ਚਲੇ ਗਏ। ਸੇਠ ਅਜੇ ਵੀ ਗਲੀ ਵਿੱਚ ਖੜਾ ਆਪਣੇ ਵਾਲ ਖਿੱਚ ਰਿਹਾ ਸੀ, ਯਾਨੀ ਖਿੱਚ ਰਿਹਾ ਸੀ ਕਿ ਇਹ ਕੀ ਕੀਤਾ। ਮਤਲਬ ਦੋਵੇਂ ਗੁਆਂਢੀ ਕਿੰਨੇ ਚਲਾਕ ਨਿਕਲੇ। ਹੁਣ ਤੁਸੀਂ ਬੱਚਿਓ ਕੀ ਕਰਨਾ ਹੈ, ਇਸ ਦੇ ਸ਼ਬਦ ਅਰਥ ਯਾਦ ਕਰਨੇ ਨੇ ਅਤੇ ਇਸ ਦਾ ਬੁੱਕ ਪਾਰਟ ਜੋ ਦਿੱਤਾ ਗਿਆ ਹੈ ਉਹ ਤੁਸੀਂ ਕਰਨਾ ਹੈ। ਧੰਨਵਾਦ।